Hello students, welcome in Punjabi class. I am Gurvinder Singh Gill, your Punjabi teacher. ਵਿਦਿਆਰਥੀਓ ਅੱਜ ਅਸੀਂ ਤੁਹਾਡੀ 7ਵੀਂ ਕਲਾਸ ਦਾ 15th ਚੈਪਟਰ ਪੇਜ ਨੰਬਰ 93 ਦੇ ਉੱਪਰੋਂ ਇਸ ਤਰ੍ਹਾਂ ਦਾ ਵਿਸ਼ਾ ਕਰਨ ਜਾ ਰਹੇ ਹਾਂ ਕਿ ਪੁਰਾਣੇ ਜ਼ਮਾਨੇ ਸਾਨੂੰ ਸਾਰਿਆਂ ਨੂੰ ਚੰਗੇ ਲੱਗਦੇ ਸੀ, ਜਿਹੜੇ ਨਵੇਂ ਜ਼ਮਾਨੇ ਆ ਉਹ ਕਿਸ ਤਰ੍ਹਾਂ ਬਦਲ ਗਏ ਨੇ, ਅਸੀਂ ਪੁਰਾਣੇ ਜ਼ਮਾਨਿਆਂ ਨੂੰ ਕਿਉਂ ਯਾਦ ਕਰਦੇ ਹਾਂ। ਇਸ ਤਰ੍ਹਾਂ ਦਾ ਹੀ ਕੁਝ ਵਿਸ਼ਾ ਹੈ ਅੱਜ ਸਾਡਾ ਜਿਹੜਾ ਪੜ੍ਹਨ ਦਾ ਹੈ ਕਿ ਕਿੱਧਰ ਗਏ ਜ਼ਮਾਨੇ। ਕਵੀ ਸਾਨੂੰ ਇਹਦੇ ਵਿੱਚ ਦੱਸਦਾ ਹੈ, ਇੱਕ ਤਰ੍ਹਾਂ ਦਾ ਦੁੱਖ ਵੀ ਪ੍ਰਗਟ ਕਰਦਾ ਹੈ ਕਿ ਉਹ ਜ਼ਮਾਨੇ ਚੰਗੇ ਸੀ, ਪੁਰਾਣੇ ਸਮਿਆਂ ਦੇ ਜ਼ਮਾਨੇ ਸੀ ਜਿਹੜੇ ਉਹ ਚੰਗੇ ਸੀ। ਅਕਸਰ ਉਹ ਜ਼ਮਾਨੇ ਭਾਲਦਾ ਹੈ ਇੱਕ ਕਵਿਤਾ ਦੇ ਰਾਹੀਂ। ਕਵੀ ਦੱਸਦਾ ਕਿ ਕਿੱਧਰ ਗਏ ਉਹ ਜ਼ਮਾਨੇ ਜਿਹੜੇ ਬਹੁਤ ਹੀ ਚੰਗੇ ਸੀ, ਜਿਹੜੇ ਵਿੱਚ ਸਾਂਝਾ ਸੀ, ਪਿਆਰ ਸੀ ਜਿਹਦੇ ਵਿੱਚ, ਪਰੰਤੂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕੋਈ ਪਿਆਰ ਨਹੀਂ ਹੈ, ਮਹਿੰਗਾਈ ਵੱਧ ਗਈ ਹੈ। ਕਵੀ ਦੱਸਦਾ ਹੈ ਕਿ ਇਸ ਕਵਿਤਾ ਦੇ ਵਿੱਚ ਕਵੀ ਦੱਸਦਾ ਕਿ ਪੁਰਾਣੇ ਸਮਿਆਂ ਦੇ ਵਿੱਚ ਜੋ ਚੰਗੀਆਂ ਗੱਲਾਂ ਸਨ ਉਹਨਾਂ ਬਾਰੇ ਅਸੀਂ ਕਿਉਂ ਭੁੱਲਦੇ ਜਾ ਰਹੇ ਹਾਂ। ਅੱਜ ਦੇ ਸਵਾਰਥ ਭਰੇ ਮਾਹੌਲ ਦੇ ਵਿੱਚ ਚੰਗੀਆਂ ਗੱਲਾਂ ਬਹੁਤ ਘੱਟ ਮਿਲਦੀਆਂ ਨੇ। ਹੁਣ ਮਹਿੰਗਾਈ ਦਾ ਜ਼ੋਰ ਹੈ, ਠੀਕ ਹੈ, ਸਰੀਰ ਕਮਜ਼ੋਰ ਹੋ ਗਏ, ਬਿਮਾਰੀਆਂ ਦੇ ਵਿੱਚ ਵੀ ਵਾਧਾ ਹੋ ਗਿਆ, ਪਰੰਤੂ ਇਹਦੇ ਮੁਕਾਬਲੇ ਜਿਹੜਾ ਪੁਰਾਣਾ ਜ਼ਮਾਨਾ ਸੀ, ਜਿਹੜੇ ਜ਼ਮਾਨੇ ਦੀ ਕਵੀ ਗੱਲ ਕਰ ਰਿਹਾ, ਉਸ ਜ਼ਮਾਨੇ ਦੇ ਵਿੱਚ ਲੋਕ ਤੰਦਰੁਸਤ ਸਨ। ਸੋ ਵਿਦਿਆਰਥੀਓ ਅੱਜ ਅਸੀਂ ਇਹ ਕਵਿਤਾ ਦੇ ਸਰਲ ਅਰਥ ਕਰਦੇ ਹਾਂ। ਪਹਿਲੇ ਨੰਬਰ 'ਤੇ ਹੈ ਸੁਪਨੇ ਬਣ ਕੇ ਰਹਿ ਗਏ ਸਸਤੇ ਵੇਲਿਆਂ ਦੇ। ਕਵੀ ਕਹਿੰਦਾ ਕਿ ਉਹ ਸੁਪਨੇ ਵਾਂਗ ਸਾਨੂੰ ਕਿਤੇ ਕਿਤੇ ਯਾਦ ਆਉਂਦੇ ਆ। ਸਸਤੇ ਮੀਨ ਜਦੋਂ ਮਹਿੰਗਾਈ ਨਹੀਂ ਸੀ ਹੁੰਦੇ, ਬਹੁਤ ਹੀ ਜ਼ਿਆਦਾ ਚੀਜ਼ਾਂ ਸਸਤੀਆਂ ਮਿਲ ਜਾਂਦੀਆਂ ਸੀ। ਵੇਲਿਆਂ ਮੀਨ ਸਮਾਂ, ਸਾਨੂੰ ਕਹਿੰਦੇ ਉਹ ਸੁਪਨੇ ਬਣ ਕੇ ਉਹ ਸਮਾਂ ਅਤੇ ਉਹ ਵੇਲੇ ਰਹਿ ਗਏ ਨੇ। ਕਿੱਧਰ ਗਏ ਜ਼ਮਾਨੇ ਮੇਲੇ ਗੇਲਿਆਂ ਦੇ। ਕਹਿੰਦੇ ਜਦੋਂ ਅਸੀਂ ਮਿਲਦੇ ਗਿਲਦੇ ਸੀਗੇ ਸਾਰਿਆਂ ਨੂੰ, ਠੀਕ ਹੈ, ਮਿਲਦੇ ਗਿਲਦੇ ਸੀ, ਉਹ ਜ਼ਮਾਨੇ ਹੁਣ ਸਾਨੂੰ ਦੇਖਣ 'ਚ ਹੀ ਨਹੀਂ ਮਿਲ ਰਹੇ। ਕਿੱਧਰ ਗਈ ਸੁਰੀਲੀ ਟਿਕ ਟਿਕ ਖੂਹਾਂ ਦੀ। ਵਿਦਿਆਰਥੀ ਉਸ ਸਮੇਂ ਦੇ ਵਿੱਚ ਟਿਊਬਵੈੱਲ ਨਹੀਂ ਸੀ ਹੁੰਦੇ, ਖੂਹ ਹੁੰਦੇ ਸੀ। ਖੂਹ ਦੇ ਵਿੱਚ ਜਦੋਂ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਤਾਂ ਉਹਦੇ ਵਿੱਚ ਇੱਕ ਕੁੱਤਾ ਹੁੰਦਾ ਸੀਗਾ, ਲੌਕ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਟਿਕ ਟਿਕ ਦੀ ਆਵਾਜ਼ ਕਰਦਾ ਸੀ। ਉਸ ਟਿਕ ਟਿਕ ਦੀ ਆਵਾਜ਼ ਤੋਂ ਸਾਨੂੰ ਪਤਾ ਲੱਗਦਾ ਸੀਗਾ ਵੀ ਉਹ ਖੂਹ ਐਕਟਿਵ ਆ, ਭਾਵ ਕਿ ਖੂਹ ਚੱਲ ਰਿਹਾ ਹੈ। ਸ਼ਾਨ ਨਿਰਾਲੀ ਸੀ ਪਿੰਡਾਂ ਦੀਆਂ ਜੂਹਾਂ ਦੀ। ਪਿੰਡ ਦੀਆਂ ਜੂਹਾਂ ਮੀਨਜ਼ ਹੱਦਾਂ, ਨਿਰਾਲੀ ਮੀਨਜ਼ ਵੱਖਰੀ। ਕਹਿੰਦੇ ਸਾਨੂੰ ਜਦੋਂ ਅਸੀਂ ਕਿਤੇ ਜੂਹ ਦੇ ਵਿੱਚ ਬਦਲ ਕੇ ਕਿਤੇ ਜਾਂਦੇ ਸੀ, ਸਾਨੂੰ ਮਾਣ ਅਤੇ ਸਤਿਕਾਰ ਦਿੱਤਾ ਜਾਂਦਾ ਸੀ, ਭਾਵ ਕਿ ਪਿੰਡਾਂ ਦੀਆਂ ਜਿਹੜੀਆਂ ਹੱਦਾਂ ਸੀ ਉਹ ਸਾਨੂੰ ਸ਼ਾਨ ਅਲੱਗ ਦਿਖਦੀ ਸੀ ਉਹਨਾਂ ਦੀ, ਪਿੰਡਾਂ ਦੀ। ਝੋਲੇ ਭਰ ਆਉਂਦੇ ਪੈਸੇ ਧੇਲਿਆਂ ਦੇ। ਕਹਿੰਦੇ ਅਸੀਂ ਮਿਹਨਤ ਵੀ ਉਦੋਂ ਬਹੁਤ ਕਰਦੇ ਸੀਗੇ ਅਤੇ ਜਦੋਂ ਅਸੀਂ ਆਪਣੀ ਫਸਲ ਨੂੰ ਲੈ ਕੇ ਜਾਂਦੇ ਸੀ ਤਾਂ ਸਾਡੇ ਝੋਲੇ ਭਰ ਜਾਂਦੇ ਸੀ, ਕਿਉਂਕਿ ਬਹੁਤ ਜ਼ਿਆਦਾ ਖਰਚੇ ਨਹੀਂ ਸੀਗੇ, ਜਿੰਨਾ ਕੁ ਅਸੀਂ ਕਮਾਉਂਦੇ ਸੀ ਸਾਡੇ ਲਈ ਬਹੁਤ ਸੀ। ਪਰੰਤੂ ਅੱਜ ਕੱਲ੍ਹ ਦੇ ਜ਼ਮਾਨੇ ਦੇ ਨਾਲ ਕਵੀ ਇਸ ਨੂੰ ਮਤਲਬ ਕੰਪੇਅਰ ਕਰਦਾ, ਮੁਕਾਬਲਾ ਕਰਦਾ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਉਹ ਕੁਝ ਨਹੀਂ ਰਿਹਾ। ਇਸ ਕਰਕੇ ਕਵੀ ਆ ਜਿਹੜਾ ਉਹ ਲੰਘ ਗਏ ਸਮਿਆਂ ਦੀ ਗੱਲ ਕਰਦਾ। ਕਿੱਧਰ ਗਏ ਉਹ ਜ਼ਮਾਨੇ ਜਿੱਥੇ ਅਸੀਂ ਮਿਲਿਆ ਕਰਦੇ ਸੀ, ਅਸੀਂ ਮਤਲਬ ਸੁਪਨੇ ਬੁਣਿਆ ਕਰਦੇ ਸੀ, ਵੀ ਉਹ ਸੁਪਨੇ ਉਹ ਅਜਾਰ ਵੇਲੀ ਸਾਨੂੰ ਦੇਖਣ ਦੇ ਵਿੱਚ ਨਹੀਂ ਮਿਲਦੇ। ਖਾਣ ਪੀਣ ਦੇ ਸ਼ੌਂਕ ਅਤੇ ਡੰਡ ਪੇਲਣ ਦੇ। ਕਹਿੰਦੇ ਸਾਨੂੰ ਪੁਰਾਣੇ ਜ਼ਮਾਨਿਆਂ ਦੇ ਵਿੱਚ ਖਾਣ ਪੀਣ ਦੇ ਸ਼ੌਂਕ ਹੁੰਦੇ ਸੀ। ਡੰਡ ਪੇਲਣ ਮੀਨਜ਼ ਕਸਰਤ ਕਰਨੀ। ਭੰਗੜੇ ਪਾਉਣੇ, ਕੌਡੀ ਕਬੱਡੀ ਖੇਲਣ ਦੇ। ਕਹਿੰਦੇ ਸਾਨੂੰ ਕੋਈ ਫਿਕਰ ਨਹੀਂ ਸੀ ਹੁੰਦਾ, ਅਸੀਂ ਭੰਗੜੇ ਪਾਉਂਦੇ ਰਹਿੰਦੇ ਸੀ, ਅਸੀਂ ਖੇਡਾਂ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਖੇਡਦੇ ਰਹਿੰਦੇ ਸਨ। ਲਾਗੇ ਨਹੀਂ ਸੀ ਜਾਂਦੇ ਹੋਰ ਝਮੇਲਿਆਂ ਦੇ। ਝਮੇਲੇ ਮੀਨਜ਼ ਝੰਜਟਾਂ ਦੇ, ਮੁਸ਼ਕਲਾਂ ਦੇ। ਕਵੀ ਕਹਿੰਦਾ ਵੀ ਸਾਨੂੰ ਉਸ ਜ਼ਮਾਨਿਆਂ ਦੇ ਵਿੱਚ ਕੋਈ ਵੀ ਮੁਸ਼ਕਲਾਂ ਨਹੀਂ ਸੀ ਆਉਂਦੀਆਂ ਜਿਹੜੀਆਂ ਅੱਜ ਕੱਲ੍ਹ ਵਿਗਿਆਨਕ ਯੁੱਗ ਦੇ ਵਿੱਚ ਸਾਨੂੰ ਮੁਸ਼ਕਲਾਂ ਆਉਂਦੀਆਂ ਨੇ, ਬਿਮਾਰੀਆਂ ਆਉਂਦੀਆਂ ਨੇ। ਤਾਂ ਉਸ ਸਮੇਂ ਦੇ ਵਿੱਚ ਸਾਨੂੰ ਇਹ ਜਿਹੜੀਆਂ ਬਿਮਾਰੀਆਂ ਸੀ ਉਹ ਬਿਲਕੁਲ ਵੀ ਦੇਖਣ ਨੂੰ ਨਹੀਂ ਸੀ ਮਿਲਦੀਆਂ। ਇਸ ਕਰਕੇ ਕਵੀ ਉਸ ਜ਼ਮਾਨਿਆਂ ਨੂੰ ਯਾਦ ਕਰਦਾ ਵੀ ਉਹ ਜ਼ਮਾਨੇ ਆ ਜਿਹੜੇ ਉਹ ਕਿੱਧਰ ਚਲੇ ਗਏ। ਸ਼ਰੂਆਂ ਜਿਹੇ ਸੀ ਹੁੰਦੇ ਪੁੱਤ ਮਾਵਾਂ ਦੇ। ਕਹਿੰਦੇ ਉਦੋਂ ਜੇਕਰ ਆਪਾਂ ਪਿੰਡਾਂ ਦੇ ਵਿੱਚ ਦੇਖੀਏ ਤਾਂ ਸਾਰੇ ਜਿਹੜੇ ਨੌਜਵਾਨ ਸੀਗੇ, ਪੁੱਤਰ ਸੀ, ਉਹਨਾਂ ਦੇ ਕੱਦ ਸਰੋਂ ਦੇ ਬੂਟੇ ਜਿੰਨੇ ਸੀਗੇ, ਲੰਮੇ ਸੀਗੇ। ਘਰ ਘਰ ਵੱਗ ਹੁੰਦੇ ਸੀ ਮੱਝਾਂ ਗਾਵਾਂ ਦੇ। ਦੁੱਧ ਦੀ ਕੋਈ ਘਾਟ ਨਹੀਂ ਸੀਗੀ। ਉਸ ਸਮੇਂ ਦੁੱਧ ਖੁੱਲ੍ਹਾ ਪੀਂਦੇ ਸੀਗੇ ਅਤੇ ਡੈਰੀਆਂ 'ਚ ਕੋਈ ਨਹੀਂ ਸੀ ਪਾਉਂਦਾ। ਤਾਂ ਕਵੀ ਦੱਸਦਾ ਕਿ ਉਸ ਸਮੇਂ ਜਿਹੜੇ ਨੌਜਵਾਨ ਹੁੰਦੇ ਸੀ ਉਹ ਪੂਰੇ ਨੌਜਵਾਨ ਉੱਚੇ ਲੰਮੇ ਗੱਭਰੂ ਹੁੰਦੇ ਸੀ। ਹਾਥੀਆਂ ਵਰਗੇ ਘੋੜਿਆਂ ਵਿੱਚ ਤਬੇਲਿਆਂ ਦੇ। ਉਹ ਕਹਿੰਦੇ ਜਿਹੜੇ ਤਬੇਲੇ ਹੁੰਦੇ ਸੀ ਉਹਦੇ ਵਿੱਚ ਹਾਥੀਆਂ ਵਰਗੇ ਘੋੜੇ ਰੱਖੇ ਹੁੰਦੇ ਸੀ। ਪਤਾ ਨਹੀਂ ਸੀ ਲੱਗਦਾ ਵੀ ਉਹ ਘੋੜੇ ਸੀ, ਭਾਵ ਕਿ ਰਾਜੀ ਘੋੜੇ ਰੱਖੇ ਜਾਂਦੇ ਸੀ, ਉਹਨਾਂ ਦੀ ਸੇਵਾ ਪੂਰੀ ਕੀਤੀ ਜਾਂਦੀ ਸੀਗੀ। ਕਿੱਧਰ ਗਏ ਜ਼ਮਾਨੇ ਮੇਲਿਆਂ ਗੇਲਿਆਂ ਦੇ। ਕਹਿੰਦੇ ਹੁਣ ਜਦੋਂ ਅਸੀਂ ਮਿਲਦੇ ਗਿਲਦੇ ਰਹਿੰਦੇ ਸੀ, ਮਿਲਣ ਗਿਲਣ ਦੇ ਉਹ ਸਮਾਂ ਸਾਨੂੰ ਨਹੀਂ ਮਿਲ ਰਿਹਾ। ਕਵੀ ਉਸ ਜ਼ਮਾਨੇ ਨੂੰ ਯਾਦ ਕਰ ਰਿਹਾ ਵੀ ਉਹ ਜ਼ਮਾਨੇ ਕਿੱਧਰ ਚਲੇ ਗਏ।
टीवी कैंसर किधरे नज़र ना आउंदे सी, लोकी 100-100 वरियां दी उम्र हंडाउंदे सी। कवि कहंदा भी उस समय जिहड़ियां नवीं बीमारियां विद्यार्थियों जिवें हुण एक करोना एड्स इस तरह दी बीमारियां उदों देखण नूं नहीं सी मिलदियां। कवि तां ही कह रहा कि उदों कोई किसी किस्म की जिवें टीवी जां कोई कैंसर जां कोई करोना इस तरह की कोई भी बीमारी नहीं सी, क्योंकि लोग तंदुरुस्त सन, खांदे पींदे वधिया सन, ते कोई बीमारी ना होने के कारण उन्हां दी उम्र बहुत वड्डी हुंदी सी। आम तौर पर हुण जेकर आपां देखीए तो 50-60 साल की उम्र लास्ट हैगी आ, परंतु उस समय वो कहते सी वड्डी 100-100 साल की उम्र भोग के बजुर्ग मुड़ जाते सी इस दुनिया तो। इस करके कवि है जिहड़ा वो पुराने जमाने नूं याद कर रहा। ईदा वांगू लंघदे सी दिन वेलियां दे, कहंदे उदों वेले हुंदे सी, काम भी वाला नहीं सी हुंदे, काम जल्दी निबेड़ लैंदे सी। ईदा वांगू मींज हसदे खेडदिआं दे काम लंघदे सी, तिहारां वांग ही साडे दिन लंघ जांदे सीगे। जिवें हुण असीं तिहारां दे विच खुश हुंदे आ ना, आम जिंदगी दे विच खुश नहीं हुंदे, तां कवि कहंदा उदों जदों असीं तिहारां दे वांग हुण असीं खुश हुंदे आ तां उदों असीं सदा ही इस तरह खुश रहिंदे सी। किधर गए जवाने मेलिਆਂ गेलिਆਂ दे। कवि कहंदा ਉਹ मिलण दे दिन ਜਿਹੜੇ पता नहीं किधर अलोप हो गए। कवि उन्हां दिनां नूं याद करदा होया अपना एक दुख प्रगट कर रहा। मेले दे विच जांदे सन संग यारां दे, यारां मीनज दोस्तां दे। कवि कहंदा असीं मेलिਆਂ ਦੇ ਵਿੱਚ भज के ਤਿਆਰ हो के मेलिਆਂ ਦੇ ਵਿੱਚ ਜਾਂਦੇ ਸੀਗੇ। ठीक है, पिंड वाले रहिंदे सी नाल प्यारां दे, असीं पिंडां वालिਆਂ ਦੇ लोकां ਦੇ नाल दोस्तां ਦੇ नाल ही रहिंदे सी। प्यार एक दूजे नूं वध तों वध करदे सी, असीं कदे भी किसी नाल नहीं सी लड़दे। वक्त रहे ना हुण कित्थे ਸਿੰਝਾਂ मेलिਆਂ ਦੇ, कहना हुण जिहड़ा वक्त आ समय की गल कर रहा है कि कहना हुण समां जिहड़ा बहुत तेज़ हो गया है। वो समा जिहड़ा पुराना समा सी वो चंगा सी, उहदे विच ਸਿੰਝਾਂ ते मेले पैंदे हुंदे सी, अखाड़े लगदे हुंदे सी, सारे पिंड वाले अखाड़े ते मेले देखण जांदे हुंदे सी। कवि कहंदा अज कल वो समा नहीं रहा, हुण किहदे कोले टाइम हो गया, हुण विग्यानक युग चल पिया है, किसी कोल किसी लई कोई टाइम नहीं है। किधर गए जमाने मेले गेलिਆਂ दे, कि भाव कि हुण मेलिਆਂ गेलिਆਂ दे जिहड़े जमाने सी वो लंघ गए ने। हुण अज कल दे समय विच कोई किसी नूं नहीं मिलदा, भाव कि मतलबी दुनिया हो गई है। कवि का कहने का मतलब है कि वो जमाने आ जिहड़े वो जमाने लंघ गए, वो मुड़ के वो जमाने नहीं आउणे। इस तो अगे बेटा असीं करते हैं नैक्सट जिहड़ा साडा है वो है जी, करदे सी एक दूजे का सत्कार बड़ा। इत्थे आ कवि ने बहुत वड्डी गल कहती। कवि कहंदा भी असीं एक दूजे का सत्कार बड़ा करदे सीगे। नैक्सट पैराग्राफ असीं आ करदे हां अज कि असीं एक दूसरे का सत्कार बड़ा करदे सी। असीं जेकर सत्कार करदे सी तां लोक भी साडा सत्कार करदे सी। भावें हुंदा सी सब दा परिवार बड़ा मीनज वड्डा, कि साडा परिवार बहुत वड्डा सी, उहदे विच रहण वाले लोक सी, पर सारे लोकां दा जिहड़ा सत्कार सी असीं मिल जुल के करदे सी, कदे भी किसी नाल बैर विरोध नहीं सी रखदे। रब दा रूप हुंदे सी गुर चेलिਆਂ दे। कहंदे अज कल जिहड़े बच्चे आ वो गुरुआं नूं कुछ नहीं समझदे, गुरुआं दे सामणे अपने अध्यापकां दे सामणे बोलदे आ, कहंदे पर असीं रब दा रूप मंनदे सी। जेकर सानूं किते अध्यापक मिल जांदा सी तां असीं उहदे पैरीं हੱਥ लाउंदे सी, असीं उहदा इन्ना सत्कार करदे सी कि सानूं ऐं लगदा सी भी सानूं साडा रब मिल गया। परंतु उन्हां दे मुकाबले कवि ये भी दसना चाहुंदा है कि अज कल जिहड़े विद्यार्थी आ, जिहड़े बच्चे आ, वो अपने गुरु नूं रब नहीं मानते, वो उसनूं कुछ नहीं जानते, इत्थों तक कि वो अपने गुरु नूं बुलाउंदे भी नहीं है। किधर गए जमाने। फिर कवि ये दुख प्रगट करता कि जिहड़े जमाने इन्ने वधिया सी वो किधर चले गए। वो परमात्मा अगे दुआ करता है कि परमात्मा मैनूं दस भी जिहड़े मेरे वेले दे जमाने सी, जदों असीं नचदे खेडदे टप्पदे, सानूं किसी चीज़ का फिक्र नहीं सी, साडी सेहत बहुत वधिया सी, ਤਾਂ ਉਹ ਜ਼ਮਾਨੇ ਕਿੱਧਰ ਗਏ ਜਦੋਂ ਅਸੀਂ ਮਿਲਦੇ ਗਿਲਦੇ ਸੀ ਸਾਰਿਆਂ ਨਾਲ। ਹੁਣ ਤਾਂ ਸਾਡਾ ਕਿਸੇ ਨਾਲ ਮਿਲਾਪ ਹੀ ਨਹੀਂ ਹੋ ਰਿਹਾ। ਕਵੀ ਇਸ ਕਵਿਤਾ ਦੇ ਰਾਹੀਂ ਸਾਨੂੰ ਉਸ ਪੁਰਾਣੇ ਜ਼ਮਾਨੇ ਦੀ ਗੱਲ ਕਰਦਾ, ਜਿਸ ਨੂੰ ਉਹ ਚਾਹੁੰਦਾ ਕਿ ਜਦੋਂ ਮੇਲਿਆਂ ਦੇ ਵਿੱਚ ਰੌਣਕ ਸੀ, ਉਹ ਮੇਲਿਆਂ ਦੀ ਰੌਣਕ ਹੁਣ ਖਤਮ ਹੁੰਦੀ ਜਾਂਦੀ ਆ। ਵਿਦਿਆਰਥੀਓ, ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਮੇਲਿਆਂ 'ਚ ਰੌਣਕ ਬਹੁਤ ਜ਼ਿਆਦਾ ਸੀ, ਪਰੰਤੂ ਹੁਣ ਮੇਲੇ ਤਿਉਹਾਰਾਂ ਦੀ ਰੌਣਕ ਖਤਮ ਹੋ ਗਈ ਹੈ। ਤਾਂ ਕਵੀ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਕਿ ਲੋਕ ਤਿਉਹਾਰਾਂ 'ਤੇ ਜਿਹੜੇ ਸਾਡੇ ਕਹਿ ਸਕਦੇ ਮੇਲੇ ਆ, ਉਹਨਾਂ ਦੇ ਵਿੱਚ ਕੋਈ ਮੇਲਿਆਂ ਨੂੰ ਬਹੁਤ ਵਧੀਆ ਢੰਗ ਨਾਲ ਨਹੀਂ ਮਨਾਉਂਦੇ। ਇਸ ਕਰਕੇ ਕਵੀ ਕਹਿੰਦਾ ਕਿ ਅੱਜ ਦਾ ਜ਼ਮਾਨਾ ਬਹੁਤ ਹੀ ਜ਼ਿਆਦਾ ਵਿਅਸਤ ਲੋਕ ਹੋ ਗਏ ਨੇ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ, ਪਰੰਤੂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਕੰਮ ਵੀ ਕਰਦੇ ਸੀ ਅਤੇ ਇੱਕ ਦੂਜੇ ਨਾਲ ਸਾਂਝਾਂ ਵੀ ਵਧਾ ਕੇ ਰੱਖਦੇ ਸੀ। ਇਸ ਕਰਕੇ ਕਵੀ ਇਸ ਕਵਿਤਾ ਦੇ ਰਾਹੀਂ
ਪੁਰਾਣੇ ਸਮੇਂ ਦੀ ਗੱਲ ਆ ਜਿਹੜੀ ਉਹ ਕਰ ਰਿਹਾ ਅਤੇ ਪੁਰਾਣੇ ਸਮੇਂ ਨੂੰ ਅੱਜ ਕੱਲ੍ਹ ਦੇ ਜ਼ਮਾਨੇ ਨਾਲ ਮੁਕਾਬਲਾ ਕਰਕੇ ਸਾਨੂੰ ਦੱਸਦਾ ਹੈ ਵੀ ਕਿਹੜੇ ਜ਼ਮਾਨੇ ਚੰਗੇ ਸੀ। ਤਾਂ ਕਵੀ ਇਸ ਕਵਿਤਾ ਰਾਹੀਂ ਸਾਨੂੰ ਪੁਰਾਣੇ ਜ਼ਮਾਨੇ ਦੀ ਜਿਹੜੀ ਪ੍ਰਸਿੱਧੀ ਆ, ਕਹਿ ਸਕਦੇ ਹਾਂ ਆਪਾਂ, ਪੁਰਾਣੇ ਜ਼ਮਾਨੇ ਦੀ ਜਿਹੜੀ ਅਹਿਮੀਅਤ ਹੈ ਉਹ ਸਮਝਾਉਂਦਾ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਸਾਡੀ ਜਿਹੜੀ ਕਵਿਤਾ ਕਿੱਧਰ ਗਏ ਜ਼ਮਾਨੇ। ਪੁਰਾਣੇ ਜ਼ਮਾਨਿਆਂ ਦੀ ਗੱਲ ਕਵੀ ਨੇ ਇਹਦੇ ਵਿੱਚ ਕੀਤੀ ਆ। ਤਾਂ ਮੈਨੂੰ ਪੂਰੀ ਆਸ ਹੈ ਕਿ ਤੁਹਾਨੂੰ ਇਹਦੇ ਸਰਲ ਅਰਥ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ ਅਤੇ ਇਹਦਾ ਬੁੱਕ ਵਰਕ ਅਤੇ ਇਹਦੇ ਜਿਹੜੇ ਕੁਐਸਚਨ ਆਨਸਰ ਆ ਤੁਹਾਨੂੰ PDF ਰਾਹੀਂ ਮਿਲ ਜਾਣਗੇ ਵਿਦਿਆਰਥੀਓ। ਤਾਂ ਸੋਹਣੀ ਅਤੇ ਸੁੰਦਰ ਹੈਂਡ ਰਾਈਟਿੰਗ ਦੇ ਵਿੱਚ ਤੁਸੀਂ ਇਹਨੂੰ ਆਪਣੀ ਬੁੱਕ ਦੇ ਉੱਪਰ ਲਿਖ ਲੈਣਾ ਹੈ। ਸੋ ਧੰਨਵਾਦ ਵਿਦਿਆਰਥੀ।